ਤੇ ਇਸ ਪੰਪ ਦੇ ਖੜਿਆਂ ਸਾਨੂੰ ਇੱਕ ਅਜਿਹੀ ਚੀਜ਼ ਮਿਲੀ ਜਿਸ ਨੂੰ ਦੇਖਦਿਆਂ ਸਾਰ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਆਈ ਕਿ ਅਸੀਂ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਨਾਲ ਸ਼ੇਅਰ ਕਰੀਏ ਜੋ ਕਿ ਕਿਤੇ ਜਾ ਕੇ ਨੌਕਰੀਆਂ ਭਾਲਦੇ ਨੇ। ਕਿਸ ਤਰੀਕੇ ਦੇ ਨਾਲ ਇਹ ਪੋਲੂਸ਼ਨ ਚੈੱਕ ਸੈਂਟਰ ਜਿਹੜਾ ਹੈ ਤੁਹਾਡੀ ਬੇਰੁਜ਼ਗਾਰੀ ਦੂਰ ਕਰ ਸਕਦਾ, ਕਿਸ ਤਰੀਕੇ ਦੇ ਨਾਲ ਤੁਹਾਨੂੰ ਇੱਕ ਕਾਰੋਬਾਰ ਦਾ, ਇੱਕ ਬਿਜ਼ਨਸ ਦਾ ਮਾਲਕ ਬਣਾ ਸਕਦਾ ਹੈ। ਕਿੰਨਾ ਕੁ ਪੜ੍ਹੇ ਹੋਏ ਹੋ ਤੁਸੀਂ, ਕਿੰਨੀ ਕੁ ਤੁਹਾਡੀ ਕੁਆਲੀਫਿਕੇਸ਼ਨ ਤੇ ਕਿਸ ਤਰੀਕੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਬੂਥ ਲਾਉਣ ਦਾ ਆਈਡੀਆ आया? सर मैं +2 में पास हूँ सर, ITI डिप्लोमा किया हुआ है सर मैंने ई परिवहन। तो सर मेरे को एक बार मतलब ना पता चला कि सर ये M परिवहन से हो जाता है, मतलब परिवहन से चल जाता है सर, तो पॉल्यूशन होता है सर। तो मैं सोचा सर इसमें पैसा लगाना ठीक है सर। मतलब पहले मैंने पूछा बंदों से तो सर वो बोलने लग गए, कह रहे कि यहाँ पे कमाई ठीक है, मतलब इन कामों में कमाई ठीक होती है। तो मैंने सर खोलने की तो सर मैंने M परिवहन पे सर, ई परिवहन पे सर मैंने वो कांटेक्ट करा सर। तो वो बोल रहे, कह रहे कि सर मेरे को 90% हम आपको लोन दे सकते हैं। तो सर मेरे पास पैसे भी थोड़े मतलब तंगी थी, तो सर उसमें हमने लोन करा लिया सर। उन्होंने फिर अपने आप ही सर मेरे को ये खोल के दिया सर। ਕਿੰਨੀ ਕੁ ਆਮਦਨ ਤੁਹਾਡੀ ਬਣ ਜਾਂਦੀ ਹੈ ਦਿਨ ਦੀ, ਜੇ ਮੈਂ ਗੱਲ ਕਰਾਂ ਇਸ ਪੂਰੇ ਬੂਥ ਤੋਂ? सर कदे कदार तो 4000 तक भी चल जाती है, कि कदे कदार तो 3000 2500 भी हो जाती है। ਮੈਂ ਦੇਖ ਰਿਹਾ ਸੀ ਕਿ ਗੱਡੀ ਤੁਸੀਂ ਪੋਲੂਸ਼ਨ ਕਰ ਰਹੇ ਸੀ। ਅਮੂਮਨ ਆਪਾਂ ਦੇਖਦੇ ਹਾਂ ਜਦੋਂ ਪੋਲੂਸ਼ਨ ਚੈੱਕ ਹੁੰਦਾ ਤਾਂ ਸਾਇਲੈਂਸਰ ਦੇ ਵਿੱਚ ਇੱਕ ਰੋਡ ਪਾਈ ਜਾਂਦੀ ਹੈ, ਪਰ ਤੁਸੀਂ ਅੱਗੇ ਵੀ ਇੱਕ ਕੋਈ ਤਾਰ ਜੀ ਲਾਈ ਸੀ ਇੰਜਨ ਦੇ ਵਿੱਚ, ਉਹ ਕੀ ਸੀਗਾ? सर वो RPM चेक करने का होता है कि सर वाइब्रेट कितना कर रहा है, वो गाड़ी वाइब्रेट कैसे कर रही है, मतलब ज़्यादा तो नहीं कर रही है, कहीं ज़्यादा हिल रही हो। ਕਦੀ ਇਹ ਨਹੀਂ ਸੋਚਿਆ ਕਿ ਮਤਲਬ ਮੈਂ ਨੌਕਰੀ ਕਰਾਂ, ਕਿਤੇ ਜਾ ਕੇ ਕੋਈ ਸਰਕਾਰੀ ਨੌਕਰੀ ਲੱਭਾਂ ਜਾਂ ਫਿਰ ਕੋਈ ਨੌਕਰੀ ਜਾ ਕੇ ਕਰਾਂਗੇ ਪ੍ਰਾਈਵੇਟ ਕੰਪਨੀ 'ਚ, ਵਧੀਆ ਸੈਲਰੀ ਵੀ ਹੁੰਦੀ ਆ, ਉਹਨੂੰ ਕਦੀ ਸੋਚਿਆ? ना सर मेरे को फिर अच्छा लगा ये काम, फिर इतनी मेहनत भी नहीं है इसमें, फिर आराम से होता रहता है। मेरे भी खुश था सर, घर वाले भी खुश है कि हाँ अपना काम है, अपना काम है। ਮਹੀਨੇ ਦੀ ਸਾਡੀ 50,000 ਰੁਪਏ ਦੀ ਸੇਲ ਹੁੰਦੀ ਹੈ ਉਸ ਸੈਂਟਰ ਤੋਂ, ਤੇ 10,000 ਰੁਪਏ ਦੇ ਫੋਰ ਐਗਜ਼ਾਮਪਲ ਖਰਚੇ ਗਏ, ਤੇ ਨੈਟ ਪ੍ਰੋਫਿਟ ਜਿਹੜਾ ਮਹੀਨੇ ਦਾ ਨਿਕਲਿਆ ਉਹ ਨਿਕਲਿਆ 40,000 ਰੁਪਏ। 50-50 ਦੇ ਹਿਸਾਬ ਦੇ ਨਾਲ 40,000 ਦਾ ਮਤਲਬ ਹੈ 20,000 ਬੱਚੇ ਦਾ ਤੇ 20,000 ਕੰਪਨੀ ਦਾ। ਇਹਦੇ ਵਿੱਚ ਬੱਚੇ ਨੂੰ ਅਸੀਂ ਇਹ ਬੈਨੀਫਿਟ ਦੇ ਰਹੇ ਹਾਂ ਕਿ ਉਹ 40,000 ਦਾ 40,000 ਆਪਣੇ ਕੋਲ ਰੱਖੇਗਾ ਜਦ ਤੱਕ ਉਹਦਾ 2.5 ਲੱਖ ਰੁਪਇਆ ਰਿਕਵਰ ਨਹੀਂ ਹੋ ਜਾਂਦਾ। 1.25 ਕਰੋੜ ਦੇ ਕਰੀਬ ਵਹੀਕਲਸ ਹੈਗੇ ਔਨ ਰੋਡ, ਔਰ 5 ਲੱਖ ਦੇ ਕਰੀਬ ਵਹੀਕਲ ਹਰ ਸਾਲ ਐਡ ਹੁੰਦੇ ਆ। ਔਰ ਜੇ ਮੈਂ ਇਹਨਾਂ ਵਹੀਕਲਸ ਦਾ ਹੀ ਸਾਲ ਦੇ ਪੋਲੂਸ਼ਨ ਸਰਟੀਫਿਕੇਟ ਦਾ ਕਾਊਂਟ ਲਾਵਾਂ ਤੇ 2.5 ਕਰੋੜ ਦੇ ਕਰੀਬ ਪੋਲੂਸ਼ਨ ਸਰਟੀਫਿਕੇਟ ਹਰ ਸਾਲ ਨਿਕਲਣੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ। ਅੱਜ ਅਸੀਂ ਤਸਵੀਰਾਂ ਜਿੱਦਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਅਸੀਂ ਇਸ ਵਕਤ ਮੌਜੂਦ ਹਾਂ ਇੱਕ ਪੈਟਰੋਲ ਪੰਪ ਦੇ ਬਾਹਰ। ਇੰਡੀਅਨ ਆਇਲ ਦਾ ਪੈਟਰੋਲ ਪੰਪ ਹੈ ਜਿਹਦੇ ਬਾਹਰ ਅਸੀਂ ਮੌਜੂਦ ਹਾਂ। ਦੇਖੋ ਜਦੋਂ ਗੱਡੀ ਤੁਰਦੀ ਹੈ ਫਿਊਲਿੰਗ ਦੀ ਲੋੜ ਹੁੰਦੀ ਹੈ, ਸੋ ਉਸੇ ਦੇ ਚੱਲਦੇ ਅਸੀਂ ਇਸ ਇੰਡੀਅਨ ਆਇਲ ਦੇ ਪੰਪ ਤੇ ਆਏ ਸੀ ਤੇ ਇਸ ਪੰਪ ਦੇ ਖੜਿਆਂ ਸਾਨੂੰ ਇੱਕ ਅਜਿਹੀ ਚੀਜ਼ ਮਿਲੀ ਜਿਸ ਨੂੰ ਦੇਖਦਿਆਂ ਸਾਰ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਜ਼ਰੂਰ ਆਈ ਕਿ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੀਏ। ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਇਸ ਵਕਤ ਦੋ ਅਹਿਮ ਮੁੱਦੇ ਨੇ। ਪਹਿਲਾ ਨਸ਼ਾ, ਜਿਸ ਨੂੰ ਕਿ ਰੋਕਥਾਮ ਕਰਨ ਦੇ ਲਈ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ, ਉੱਥੇ ਦੂਜੇ ਪਾਸੇ ਬੇਰੁਜ਼ਗਾਰੀ। ਹੁਣ ਜਦੋਂ ਸਰਕਾਰ ਦੇ ਬਿਆਨ ਸੁਣੀਏ ਤਾਂ ਸਰਕਾਰ ਇਹ ਗੱਲ ਜ਼ਰੂਰ ਕਹਿੰਦੀ ਨਜ਼ਰ ਆਉਂਦੀ ਹੈ, ਜੇ ਬੇਰੁਜ਼ਗਾਰੀ ਘਟੇਗੀ ਉਨਾ ਹੀ ਨਸ਼ਾ ਵੀ ਘਟੇਗਾ। ਪਰ ਜਿੱਥੇ ਇੱਕ ਪਾਸੇ ਸਰਕਾਰ ਬੇਰੁਜ਼ਗਾਰੀ ਘਟਾਉਣ ਦੇ ਲਈ ਲਗਾਤਾਰ ਆਪਸ਼ਨ ਦੇ ਰਹੀ ਹੈ, ਉੱਥੇ ਸਾਡੇ ਨਜ਼ਰ ਦੇ ਵਿੱਚ ਇੱਕ ਅਜਿਹੀ ਆਪਸ਼ਨ ਆਈ ਹੈ ਜਿਸ ਨੂੰ ਦੇਖ ਕੇ ਸਾਨੂੰ ਲੱਗਿਆ ਕਿ ਅਸੀਂ ਸਾਡੇ ਪੰਜਾਬ ਦੇ ਯੂਥ ਦੇ ਨਾਲ ਉਸ ਆਪਸ਼ਨ ਨੂੰ ਸ਼ੇਅਰ ਕਰੀਏ, ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਨਾਲ ਸ਼ੇਅਰ ਕਰੀਏ ਜੋ ਕਿ ਕਿਤੇ ਜਾ ਕੇ ਨੌਕਰੀਆਂ ਭਾਲਦੇ ਨੇ। ਉਹ ਨੌਜਵਾਨ ਆਪਣਾ ਕੰਮ ਕਿਵੇਂ ਖੋਲ੍ਹ ਸਕਦੇ ਨੇ। ਇਸ ਦੇ ਲਈ ਅਸੀਂ ਜਦੋਂ ਇੱਥੇ ਪਹੁੰਚੇ ਪੈਟਰੋਲ ਪੰਪ ਤੇ ਤਾਂ ਮੈਨੂੰ ਇੱਕ ਬੂਥ ਦਿਖਿਆ। ਇਹ ਬੂਥ ਬੇਸਿਕਲੀ ਤੁਹਾਡੇ ਹਿਸਾਬ ਨਾਲ ਜਿਵੇਂ ਆਪਾਂ ਇੱਕ ਨੋਰਮਲ ਲੇਮੈਨ ਲੈਂਗੁਏਜ 'ਚ ਗੱਲ ਕਰੀਏ, ਇੱਕ ਆਮ ਇਨਸਾਨ ਦੀ ਭਾਸ਼ਾ 'ਚ ਗੱਲ ਕਰੀਏ ਤਾਂ ਇੱਕ ਪੋਲੂਸ਼ਨ ਚੈੱਕ ਸੈਂਟਰ ਹੈ ਜੋ ਕਿ ਤੁਸੀਂ ਦੇਖ ਸਕਦੇ ਹੋ ਜਿੱਥੇ ਲਿਖਿਆ ਹੋਇਆ ਪੋਲੂਸ਼ਨ ਚੈੱਕ ਸੈਂਟਰ ਹੈ ਤੇ ਈ ਵਾਹਨ ਵਾਲਿਆਂ ਦਾ ਪੋਲੂਸ਼ਨ ਚੈੱਕ ਸੈਂਟਰ ਹੈ।
ਤੇ ਜਦੋਂ ਮੈਨੂੰ ਪਤਾ ਲੱਗਿਆ ਤੇ ਅਸੀਂ ਇਹ 'ਚ ਇੱਕ ਆਹ ਚੀਜ਼ ਦੇਖੀ ਕਿ ਜਿਹੜਾ ਇਹ ਪੋਲੂਸ਼ਨ ਚੈੱਕ ਸੈਂਟਰ ਹੈ ਇਹ ਇੱਕ ਨੌਜਵਾਨ ਮੁੰਡਾ ਚਲਾ ਰਿਹਾ ਸੀਗਾ। ਸੋ ਕਿਸ ਤਰੀਕੇ ਦੇ ਨਾਲ ਇਹ ਪੋਲੂਸ਼ਨ ਚੈੱਕ ਸੈਂਟਰ ਜਿਹੜਾ ਹੈ ਤੁਹਾਡੀ ਬੇਰੁਜ਼ਗਾਰੀ ਦੂਰ ਕਰ ਸਕਦਾ, ਕਿਸ ਤਰੀਕੇ ਦੇ ਨਾਲ ਤੁਹਾਨੂੰ ਇੱਕ ਕਾਰੋਬਾਰ ਦਾ, ਇੱਕ ਬਿਜ਼ਨਸ ਦਾ ਮਾਲਕ ਬਣਾ ਸਕਦਾ ਹੈ, ਇਸ ਬਾਬਤ ਅਸੀਂ ਉਸ ਨੌਜਵਾਨ ਨਾਲ ਹੀ ਗੱਲਬਾਤ ਕਰਾਂਗੇ ਜੋ ਕਿ ਇਸ ਵਕਤ ਇਸ ਈ ਵਾਹਨ ਦੇ ਪੋਲੂਸ਼ਨ ਚੈੱਕ ਸੈਂਟਰ ਦੇ ਵਿੱਚ ਮੌਜੂਦ ਹੈ। ਅਸੀਂ ਬੁਲਾਉਂਦੇ ਆ ਇਹਨਾਂ ਨੂੰ ਬਾਹਰ। ਬਾਈ ਜੀ ਬਾਹਰ ਆਉਂਗੇ ਜ਼ਰਾ ਇੱਕ ਮਿੰਟ। ਕੀ ਨਾਂ ਜੀ ਤੁਹਾਡਾ? सर दीपांशु नाम है मेरा सर। ਦੀਪਾਂਸ਼ੂ, ਤੁਸੀਂ ਇਹ ਮੈਂ ਉਧਰ ਪੈਟਰੋਲ ਪਵਾ ਰਿਹਾ ਸੀਗਾ ਤੇ ਮੈਂ ਤੁਹਾਡਾ ਬੂਥ ਦੇਖਿਆ ਪੋਲੂਸ਼ਨ ਚੈੱਕ ਸੈਂਟਰ ਦਾ ਤੇ ਈ ਵਾਹਨ ਦਾ ਬੂਥ ਹੈਗਾ। ਸੋ ਪਹਿਲਾਂ ਤਾਂ ਆਪਾਂ ਇਹ ਜਾਣਨਾ ਚਾਹਾਂਗੇ, ਤੁਸੀਂ ਆਪ ਵੀ ਇੱਕ ਨੌਜਵਾਨ ਲੱਗ ਰਹੇ ਹੋ ਤੇ ਕਿੰਨਾ ਕੁ ਪੜ੍ਹੇ ਹੋਏ ਹੋ ਤੁਸੀਂ, ਕਿੰਨੀ ਕੁ ਤੁਹਾਡੀ ਕੁਆਲੀਫਿਕੇਸ਼ਨ ਤੇ ਕਿਸ ਤਰੀਕੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਬੂਥ ਲਾਉਣ ਦਾ ਆਈਡੀਆ ਆਇਆ? सर ये मैंने सर मैं +2 में पास हूँ सर। ITI डिप्लोमा किया हुआ है सर मैंने ठीक है। ई परिवहन। तो सर मेरे को एक बार मतलब ना पता चला कि सर ये M परिवहन से हो जाता है, मतलब परिवहन से चल जाता है सर, तो पॉल्यूशन होता है सर। तो मैं सोचा सर इसमें पैसा लगाना ठीक है सर। मतलब पहले मैंने पूछा बंदों से तो सर वो बोलने लग गए, कह रहे कि यहाँ पे कमाई ठीक है, मतलब इन कामों में कमाई ठीक होती है। तो मैंने सर खोलने की सोची, तो सर मैंने M परिवहन पे सर, ई परिवहन पे सर मैंने वो कांटेक्ट करा सर। तो वो बोल रहे, कह रहे कि सर मेरे को 90% हम आपको लोन दे सकते हैं। तो सर मेरे पास पैसे भी थोड़े मतलब तंगी थी, तो सर उसमें हमने लोन करा लिया। सर उन्होंने फिर अपने आप ही सर मेरे को ये खोल के दिया सर। ਮਤਲਬ ਸਾਰਾ ਸੈਟਅਪ ਉਹਨਾਂ ਨੇ ਈ ਵਾਹਨ ਵਾਲਿਆਂ ਨੇ ਤੁਹਾਨੂੰ ਕਰਕੇ ਦੇ ਦਿੱਤਾ। हाँ जी सर। ਤੇ ਕਿੰਨਾ ਕੁ ਖਰਚਾ ਜਿਹੜਾ ਹੈ ਟੋਟਲ ਇਸ ਸੈਟਅਪ ਤੇ ਤੁਹਾਡਾ ਲੱਗਾ ਹੈ? ਕਿਸ ਤਰੀਕੇ ਦੇ ਨਾਲ, ਮਤਲਬ ਤੁਸੀਂ ਕਿਹਾ 90% ਲੋਨ ਹੋ ਗਿਆ ਪਰ ਫਿਰ ਵੀ ਇੱਕ ਟੋਟਲ ਅਮਾਉਂਟ ਤਾਂ ਜ਼ਰੂਰ ਹੋਏਗੀ। ਕਿੰਨਾ ਕੁ ਟੋਟਲ ਅਮਾਉਂਟ ਜਿਹੜਾ ਹੈਗਾ? सर टोटल अमाउंट हैगा वही 2.5 लाख लग जाता है पूरा टोटली। 2.5 ਲੱਖ ਦੇ हाँ 2.5 लाख लग जाता है। यस सर। तो ਉਹਦੇ 'ਚ उन्होंने 90% ਮੈਨੂੰ ਲੋਨ ਦਿੱਤਾ ਹੈਗਾ, ਬਾਕੀ ਸਰ ਥੋੜਾ ਬਹੁਤ ਤਾਂ ਮਤਲਬ ਹੋ ਜਾਂਦਾ ਹੈ ਐਡਜਸਟ, ਬਾਕੀ ਸਰ ਵੈਸੇ ਹੀ ਹੈ। ਹਾਂਜੀ ਤੇ ਸਰ। ਫਿਰ ਕਿੰਨੀ ਕੁ ਆਮਦਨ ਤੁਹਾਡੀ ਬਣ ਜਾਂਦੀ ਹੈ ਦਿਨ ਦੀ, ਜੇ ਮੈਂ ਗੱਲ ਕਰਾਂ ਇਸ ਪੂਰੇ ਬੂਥ ਤੋਂ? ਸਰ ਕਦੇ ਕਦਾਰ ਤਾਂ 4000 ਤੱਕ ਵੀ ਚੱਲ ਜਾਂਦੀ ਹੈ, ਕਿ ਕਦੇ ਕਦਾਰ ਤਾਂ 3000 2500 ਵੀ ਹੋ ਜਾਂਦੀ ਹੈ। ਯਸ ਬਸ। 2500 ਦਾ ਹਾਂਜੀ ਕੋਈ ਦੀ ਆਮਦਨ ਹੈਗੀ? ਹਾਂਜੀ। ਤੇ ਇਹ ਸਿਰਫ ਤੁਹਾਡੀ ਆਮਦਨ ਹੈ ਕਿ ਵਿੱਚ ਸਰਕਾਰੀ ਫੀਸ ਵੀ ਨਾਲ ਹੀ ਆ? ਨਾ ਸਰ ਸਰਕਾਰੀ ਫੀਸ ਕੋਈ ਨਹੀਂ ਹੈਗੀ ਹੈ, ਸਾਰਾ ਖਰਚਾ ਮੇਰਾ ਹੀ ਹੈਗਾ, ਜੋ ਵੀ ਬਣਦਾ ਹੈਗਾ ਉਹ ਮੇਰਾ ਹੈ। ਹਾਂਜੀ ਉਹ ਤੁਹਾਡਾ ਹੀ। ਤੇ ਇਹਦੀ ਸਰਕਾਰੀ ਫੀਸ ਕੋ ਜਾਂਦੀ ਹੈ ਵੈਸੇ? ਨਹੀਂ ਸਰ ਵੈਸੇ ਤਾਂ ਨਹੀਂ ਹੈਗੀ, ਬਸ ਮੇਰੀ ਸਾਲ ਦੀ ਹੈਗੀ ਹੈ 5000 ਦੀ, ਉਹ ਚੱਲ ਜਾਂਦੀ ਹੈ। ਹਾਂ ਜਿਹੜੀ 5000 ਦੀ ਇੱਕ ਵਾਰ ਦੀ ਫੀਸ ਸਰਕਾਰੀ ਦਿੰਦੇ ਹੋ, ਉਸ ਤੋਂ ਬਾਅਦ ਤੁਸੀਂ ਆਪਣਾ ਕਮਾ ਰਹੇ ਹੋ? ਯਸ ਸਰ। ਹਾਂਜੀ ਠੀਕ ਹੈ। ਤੇ ਆਪਾਂ ਜ਼ਰੂਰ ਦੇਖਣਾ ਚਾਹਾਂਗੇ ਜਿਹੜੀ ਮਸ਼ੀਨ ਜਿੰਨਾ ਤੁਸੀਂ ਚੈੱਕ ਕਰਦੇ ਹੋ, ਇਸ ਮਸ਼ੀਨ ਦੇ ਵਿੱਚ ਕੀ ਕੀ, ਕਿਉਂਕਿ ਮੈਂ ਦੇਖ ਰਿਹਾ ਸੀ ਕਿ ਗੱਡੀ ਤੁਸੀਂ ਪੋਲੂਸ਼ਨ ਕਰ ਰਹੇ ਸੀ। ਅਮੂਮਨ ਆਪਾਂ ਦੇਖਦੇ ਹਾਂ ਜਦੋਂ ਪੋਲੂਸ਼ਨ ਚੈੱਕ ਹੁੰਦਾ ਤਾਂ ਸਾਇਲੈਂਸਰ ਦੇ ਵਿੱਚ ਇੱਕ ਰੌਡ ਪਾਈ ਜਾਂਦੀ ਹੈ, ਪਰ ਤੁਸੀਂ ਅੱਗੇ ਵੀ ਇੱਕ ਕੋਈ ਤਾਰ ਜੀ ਲਾਈ ਸੀ ਇੰਜਨ ਦੇ ਵਿੱਚ, ਉਹ ਕੀ ਸੀਗਾ? सर वो RPM चेक करने का होता है कि सर वाइब्रेट कितना कर रहा है, वो गाड़ी वाइब्रेट कैसे कर रही है, मतलब ज़्यादा तो नहीं कर रही है, कहीं ज़्यादा हिल रही हो सर, वो उस लिए होती है। ਅੱਛਾ, हाँ ਮਤਲਬ जी। RPM ਨੂੰ ਮਤਲਬ ਰੋਟੇਸ਼ਨਸ ਪਰ ਮੇਰੇ ਦਾ ਸੈਂਸਰ ਹੋਵੇ। चेक करने। हाँ जी। ਠੀਕ ਹੈ। ਤੇ ਫਿਰ ਕਿੰਨਾ ਕੁ ਸਮਾਂ ਜਿਹੜਾ ਹੈ ਲੱਗ ਜਾਂਦਾ ਲਗਭਗ ਇੱਕ ਗੱਡੀ ਦਾ ਪੋਲੂਸ਼ਨ ਚੈੱਕ ਕਰਨ ਦੇ ਲਈ? सर कदे कदार तो 10 मिनट भी लग जाते हैं, कदे 7-8 मिनट च हो जाता। हाँ जी सर। ਮਤਲਬ ਹੱਦ 7-8 ਮਿੰਟ 'ਚ ਤੁਸੀਂ ਚੈੱਕ ਕਰਕੇ ਵਿਹਲੇ ਹੋ ਜਾਂਦੇ ਹੋ? हाँ जी सर। ਤੇ ਇਹਦਾ ਸਿਸਟਮ ਸਾਰਾ ਕੰਪਿਊਟਰਾਈਜ਼ਡ ਆ? ਕਿਸ ਤਰੀਕੇ ਦੇ ਨਾਲ ਇਸ ਕੰਪਿਊਟਰ ਤੇ ਚੱਲਦਾ ਕਿ ਹੋਰ ਵੀ ਕੋਈ ਡਿਵਾਈਸ ਤੁਸੀਂ ਯੂਜ਼ ਕਰਦੇ? नहीं सर जी, देखो हमारे को ऐप मिला हुआ है सर, ई परिवहन वालों ने मेरे को ऐप दिया हुआ है कि हाँ सर हम ब्लूटूथ कनेक्ट है मेरा फ़ोन, तो सर उसमें RPM आ जाती है कि हाँ RPM उठा ली है। ਅੱਛਾ, ਇਹ Yes, ਮਸ਼ੀਨ ਦੇ ਨਾਲ ਬਲੂਟੁੱਥ ਕਨੈਕਟਡ ਹੈ? यस सर। अच्छा। तो सर उसमें RPM आ जाती है, उसके बाद में सर हमें अंदर जाके लैपटॉप में डालनी होती है बस। ਅੱਛਾ, Yes, ਜੋ sir। ਜੋ ਮਤਲਬ ਰੀਡਿੰਗ ਤੁਹਾਡੇ ਫੋਨ ਦੇ Yeah। ਉੱਤੇ ਆਉਂਦੀ ਰਹੇਗੀ, ਉਹ ਰੀਡਿੰਗ ਤੁਸੀਂ ਜਿਹੜੀ ਹੈ ਉਹ ਆਪਣੇ ਲੈਪਟਾਪ 'ਚ ਪਾ फोन ਦਿੰਦੇ ते लैपटॉप च पा देना। हाँ जी ਤੇ सर। ਫਿਰ ਉਸ ਤੋਂ ਬਾਅਦ ਤੁਸੀਂ ਲੈਪਟਾਪ 'ਚੋਂ ਡਾਟਾ ਪਾਉਂਦੇ ਹੋ ਤੇ ਪੋਲੂਸ਼ਨ ਦੀ ਰਸੀਦ ਬਾਹਰ ਆਏ? हाँ जी सर। प्रिंटर गल आ जाती बाहर। हाँ जी सर। ਤੇ ਕਿੰਨਾ ਕੁ ਸਮਾਂ ਹੋ ਗਿਆ ਹੁਣ ਫਿਰ ਤੁਹਾਨੂੰ ਇਸ ਚੀਜ਼ ਨੂੰ ਚਲਾਉਂਦਿਆਂ ਹੋਇਆ? सर हो गया मेरे को 3 महीने हो गए टोटल। 3 ਮਹੀਨੇ ਹੋ ਹਾਂਜੀ ਗਏ। sir। 3 ਮਹੀਨੇ ਦੇ ਵਿੱਚ ਸੰਤੁਸ਼ਟ ਹੋ? ਹਾਂਜੀ। ਜਿਵੇਂ 2000 ਰੁਪਏ ਦੇ ਹਿਸਾਬ ਨਾਲ ਤੁਸੀਂ ਕਿਹਾ 3000 ਰੁਪਏ ਤੁਸੀਂ ਕਹਿ ਰਹੇ ਹੋ ਦਿਹਾੜੀ ਦੀ ਹੈਗੀ ਹੈ ਤੁਹਾਡੀ, ਘੱਟ ਤੋਂ ਘੱਟ ਵੀ ਕਮਾਈ, ਤਾਂ ਮਤਲਬ 90000 ਰੁਪਏ ਮਹੀਨਾ ਤੁਸੀਂ ਕਮਾ ਲੈਂਦੇ ਹੋ? हाँ जी सर। टोटली अच्छे खासी कमाई है सर, मेरे को भी कोई ख़राब ही नहीं लगी। फिर सर मेरा बजट ठीक आ रहा था तो यस सर। ਮੈਂ ਬਜਟ 'ਚ ਤੁਹਾਡਾ ਆਪਣਾ ਕੰਮ ਖੁੱਲ ਗਿਆ? यस सर, मैं खुश हाँ। ਕਦੀ ਇਹ ਨਹੀਂ ਸੋਚਿਆ ਕਿ ਮਤਲਬ ਮੈਂ ਨੌਕਰੀ ਕਰਾਂ ਕਿਤੇ ਜਾ ਕੇ, ਕੋਈ ਸਰਕਾਰੀ ਨੌਕਰੀ ਲੱਭਾਂ ਜਾਂ ਫਿਰ ਕੋਈ ਨੌਕਰੀ ਜਾ ਕੇ ਕਰਿਆ ਕਿ ਪ੍ਰਾਈਵੇਟ ਕੰਪਨੀ 'ਚ ਵਧੀਆ ਸੈਲਰੀ ਵੀ ਹੁੰਦੀ ਆ, ਉਹਨੂੰ ਕਦੀ ਸੋਚਿਆ? ना सर मेरे को फिर अच्छा लगा ये काम,
फिर इतनी मेहनत भी नहीं है इसमें, फिर आराम से होता रहता है। मेरे भी खुश था सर, घर वाले भी खुश है कि हाँ नाले अपना काम है। हाँ, अपना काम है। बस सर, बस वही खुशी में मनाता रहता हूँ, मैं करता रहता हूँ। खुशी से काम है हाँ जी सर, अब बैठने का दिन काम है, कभी कभार गाड़ी आती रहती है, पता ही नहीं चलता कैसे क्या 5-10 मिनट निपट गए, पूरे मजे में हो जाता है काम। घर वाले भी खुश, मैं भी खुश, आराम से बैठने का काम है। हाँ पूरे ठीक है। हाँ जी सर, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਇਹ ਸੀ ਉਹ ਨੌਜਵਾਨ ਜਿਨ੍ਹਾਂ ਨੂੰ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਕਿ ਆਹ ਬੂਥ ਜਿਹੜਾ ਈ ਵਾਹਨ ਦਾ ਬੂਥ ਹੈ ਜਿੱਥੇ ਕਿ ਪੋਲੂਸ਼ਨ ਚੈੱਕ ਹੁੰਦਾ। ਸੋ ਇਸ ਨੌਜਵਾਨ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਇੱਕ ਬਹੁਤ ਛੋਟੀ ਰਕਮ ਲਗਾ ਕੇ, ਜਿਸ ਦਾ ਕਿ ਤੁਹਾਡੇ ਤੇ ਸ਼ਾਇਦ ਜ਼ਿਆਦਾ ਬੋਝ ਨਹੀਂ ਆਉਂਦਾ, ਕਿਉਂਕਿ ਉਸ ਰਕਮ ਦਾ 90% ਕਿਤੇ ਨਾ ਕਿਤੇ ਲੋਨ ਅਮਾਊਂਟ ਉਹ ਕੰਪਨੀ ਹੀ ਕਰਾ ਕੇ ਦੇ ਦਿੰਦੀ ਹੈ ਈ ਵਾਹਨ, ਜੋ ਇਹ ਬੂਥ ਲਗਵਾ ਕੇ ਦਿੰਦੀ ਪਈ ਹੈ। ਸੋ 90% ਤੁਹਾਡਾ ਲੋਨ ਹੋ ਜਾਂਦਾ। ਲੋਨ ਹੋਣ ਤੋਂ ਬਾਅਦ ਤੁਸੀਂ ਸਿਰਫ ਇੱਕ 10% ਅਮਾਊਂਟ ਪੇ ਕਰਕੇ ਇਸ ਬੂਥ ਦੇ ਮਾਲਕ ਬਣ ਸਕਦੇ ਹੋ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਮੈਨੂੰ ਇਸ ਪੈਟਰੋਲ ਪੰਪ ਇੰਡੀਅਨ ਆਇਲ ਦੇ ਪੈਟਰੋਲ ਪੰਪ ਤੇ ਦਿਖਿਆ, ਹੋ ਸਕਦਾ ਅੱਗੇ ਵੀ ਕਿਸੇ ਪੈਟਰੋਲ ਪੰਪ ਤੇ ਜ਼ਰੂਰ ਹੋਏਗਾ, ਪਰ ਕਿਤੇ ਨਾ ਕਿਤੇ ਬੇਰੁਜ਼ਗਾਰੀ ਦੀ ਲੜਾਈ ਜਿਹੜੀ ਲਗਾਤਾਰ ਸਰਕਾਰ ਲੜ ਰਹੀ ਹੈ ਉਹਦੇ ਵਿੱਚ ਇੱਕ ਵੱਡਾ ਰੈਵੋਲੂਸ਼ਨ ਕਹਿ ਸਕਦੇ ਹੋ ਸਕਦਾ, ਕਿਉਂਕਿ ਕਿਤੇ ਨਾ ਕਿਤੇ ਬੇਰੁਜ਼ਗਾਰੀ ਤੋਂ ਦੂਰ ਵੀ ਕਰਦਾ ਤੇ ਇੱਕ ਨੌਜਵਾਨ ਨੂੰ ਆਪਣੇ ਕੰਮ ਦਾ ਮਾਲਕ ਬਣਾਉਂਦਾ। ਸੋ ਨੌਕਰੀ ਕਿਤੇ ਨਾ ਕਿਤੇ ਹਰ ਇੱਕ ਇਨਸਾਨ ਕਰਦਾ, ਨੌਕਰੀ ਕੋਈ ਗਲਤ ਕੰਮ ਨਹੀਂ ਹੈ, ਪਰ ਜਦੋਂ ਇੱਕ ਇਨਸਾਨ ਆਪਣੇ ਕਾਰੋਬਾਰ ਦਾ ਮਾਲਕ ਬਣਦਾ ਉਸ ਦੀ ਵੀ ਇੱਕ ਅਲੱਗ ਫੀਲਿੰਗ ਹੁੰਦੀ ਹੈ, ਜੋ ਕਿ ਕਿਤੇ ਨਾ ਕਿਤੇ ਆ ਜਿਹੜਾ ਇੱਕ ਬੂਥ ਹੈ ਇਹ ਦੇ ਰਿਹਾ, ਜਿਸ ਦੇ ਨਾਲ ਇਹ ਨੌਜਵਾਨ ਜੋ ਇਹਨਾਂ ਦਾ ਕਹਿਣਾ ਹੈ ਕਿ ਲਗਭਗ 3000 ਰੁਪਏ ਦੀ ਰੋਜ਼ ਦੀ ਜਿਹੜੀ ਆਮਦਨ ਇਹਨਾਂ ਦੀ ਹੋ ਰਹੀ ਹੈ। ਸੋ ਕਿਤੇ ਨਾ ਕਿਤੇ ਇੱਕ ਅੱਛੀ ਆਮਦਨ ਜਿਹੜੀ ਹੈ ਇਹ ਕਰ ਰਹੇ ਨੇ। ਤੁਹਾਡੀ ਜਾਣਕਾਰੀ ਨੂੰ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਲਗਭਗ 1.25 ਕਰੋੜ ਦੇ ਕਰੀਬ ਵਹੀਕਲਸ ਨੇ ਜੋ ਕਿ ਰਜਿਸਟਰਡ ਨੇ, ਜਿਨ੍ਹਾਂ ਦੇ ਵਿੱਚ 2 ਵੀਲਰ 4 ਵੀਲਰ ਕਮਰਸ਼ੀਅਲ ਸਾਰੇ ਵਿੱਚ ਵਹੀਕਲਸ ਆਉਂਦੇ ਨੇ। ਇਕੱਲੇ ਪੰਜਾਬ ਦੀ ਗੱਲ ਕਰ ਰਿਹਾ। ਤੇ ਜੇ ਮੈਂ ਗੱਲ ਕਰਾਂ ਤੇ ਇੱਕ ਨੋਰਮਲ ਜਿਹੜਾ ਘਰੇਲੂ ਵਾਹਨ ਹੁੰਦਾ ਉਸ ਦੀ ਤੁਸੀਂ ਹਰ ਸਾਲ 2 ਵਾਰੀ ਤਾਂ ਪੋਲੂਸ਼ਨ ਕਰਾਉਂਦੇ ਹੀ ਹੋ, ਤੇ ਜਿਹੜੇ ਕਮਰਸ਼ੀਅਲ ਹੁੰਦੇ ਨੇ ਉਹਨਾਂ ਦੀ ਜੋ ਇਨਫੋਰਮੇਸ਼ਨ ਹੈ, ਜੋ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਹਰ 3 ਮਹੀਨੇ ਬਾਅਦ ਕੁਆਟਰਲੀ ਜਿਹੜੀ ਹੈ ਉਹਨਾਂ ਦੀ ਪੋਲੂਸ਼ਨ ਹੁੰਦੀ ਹੈ। ਸੋ ਜੇ 1.25 ਕਰੋੜ ਵਹੀਕਲ 1.25 ਕਰੋੜ ਵਾਹਨ ਪੰਜਾਬ ਦੇ ਵਿੱਚ ਹੈਗਾ ਤਾਂ ਕਿਤੇ ਨਾ ਕਿਤੇ ਉਹਨਾਂ ਵਾਹਨਾਂ ਨੂੰ ਪੋਲੂਸ਼ਨ ਕਰਾਉਣ ਦੀ ਲੋੜ ਤਾਂ ਹੈਗੀ ਹੈ, ਕਿਉਂਕਿ ਜੇਕਰ ਤੁਸੀਂ ਬਿਨਾਂ ਪੋਲੂਸ਼ਨ ਤੋਂ ਬਿਨਾਂ ਕਾਗਜ਼ਾਂ ਤੋਂ ਸੜਕ 'ਤੇ ਉਤਰਦੇ ਹੋ ਤਾਂ ਸਾਡੀ ਪੁਲਿਸ ਬਹੁਤ ਸਟ੍ਰਿਕਟ ਹੈ। ਸੋ ਉਹਨਾਂ ਦੀ ਕਾਰਵਾਈ ਉੱਥੇ ਬਣਦੀ, ਤੇ ਉਹਨਾਂ ਕਾਰਵਾਈਆਂ ਤੋਂ ਬਚਣ ਦੇ ਲਈ ਵੀ ਕਿਤੇ ਨਾ ਕਿਤੇ ਇਹ ਪੋਲੂਸ਼ਨ ਚੈੱਕ ਸੈਂਟਰ ਜਿਹੜੇ ਬਹੁਤ ਕਾਮਯਾਬ ਨੇ। ਸੋ ਇਹਦਾ ਐਂਡ ਰਿਜ਼ਲਟ ਅਸੀਂ ਇਹ ਕੱਢ ਸਕਦੇ ਹਾਂ ਕਿ ਕਿਤੇ ਨਾ ਕਿਤੇ ਇੱਕ ਨੌਜਵਾਨ ਨੂੰ ਇਹੋ ਜਿਹੇ ਬੂਥ ਜਿਹੜੇ ਇਕੱਲੇ ਨੌਜਵਾਨ ਨਹੀਂ, ਕਿਸੇ ਵੀ ਵਰਗ ਦਾ ਇਨਸਾਨ ਉਸ ਨੂੰ ਆਤਮ ਨਿਰਭਰ ਬਣਾ ਕੇ ਇੱਕ ਕਾਰੋਬਾਰ ਦਾ ਮਾਲਕ ਬਣਾ ਦਿੰਦੀ ਹੈ। ਸੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ, ਤੇ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਕਿ ਇਹ ਜਿਹੜਾ ਬੂਥ ਹੈ ਇਹ ਕਿ ਇੱਕ ਨੌਜਵਾਨ ਨੂੰ ਆਤਮ ਨਿਰਭਰ ਬਣਾਉਣ ਦੇ ਕਾਬਿਲ ਹੈ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਤੇ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ। ਇੱਦਾਂ ਦੇ ਹੋਰ ਕਈ ਆਈਡੀਆਜ਼, ਕਈ ਬੇਰੁਜ਼ਗਾਰੀ ਨੂੰ ਹਟਾਉਣ ਦੇ ਆਈਡੀਆਜ਼ ਲਗਾਤਾਰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ, ਤੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜਿਹੜੇ ਇਸ ਈ ਵਾਹਨ ਦੇ ਕੰਸਰਨਸ ਨੇ ਅਸੀਂ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰੀਏ, ਕਿਉਂਕਿ ਕਈ ਵਾਰੀ ਜਿਹੜੀ ਜਾਣਕਾਰੀ ਜਿੱਥੋਂ ਆਪਾਂ ਲਈ ਦੀ ਹੈ ਉੱਥੋਂ ਪੂਰੀ ਜਾਣਕਾਰੀ ਨਹੀਂ ਮਿਲ ਪਾਉਂਦੀ, ਤੇ ਜਿਹੜੇ ਅਸੀਂ ਇਸ ਬੂਥ ਦੇ ਕੰਸਰਨ ਨੇ ਅਸੀਂ ਜ਼ਰੂਰ ਉਹਨਾਂ ਨਾਲ ਵੀ ਰਾਬਤਾ ਸਾਂਝਣ ਦੀ ਕੋਸ਼ਿਸ਼ ਕਰਾਂਗੇ, ਤੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਜੇਕਰ ਇੱਕ ਆਮ ਨੌਜਵਾਨ ਨੇ ਇਸ ਈ ਵਾਹਨ ਦੇ ਬੂਥ ਨੂੰ ਲਵਾਉਣਾ ਹੋਵੇ ਤੇ ਕਿੰਨਾ ਕੁ ਸਮਾਂ ਲੱਗਦਾ, ਕੀ ਫਾਰਮੈਲਿਟੀਜ਼ ਨੇ, ਕੀ ਡਾਕੂਮੈਂਟ ਲੱਗਦੇ ਨੇ, ਹਰ ਇੱਕ ਚੀਜ਼ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਸੋ ਜਿੱਦਾਂ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਇੱਕ ਈ ਵਾਹਨ ਨਾਮ ਦੀ ਕੰਪਨੀ ਹੈ ਜੋ ਕਿ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਰੋਜ਼ਗਾਰ ਦੇਣ ਦੇ ਲਈ ਇੱਕ ਵਧੀਆ ਪਲੇਟਫਾਰਮ ਲੈ ਕੇ ਆਈ ਹੈ। ਸੋ ਈ ਵਾਹਨ ਤੋਂ ਮੇਰੇ ਨਾਲ ਵਿਕਰਮ ਜੀ ਮੌਜੂਦ ਨੇ, ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਵਿਕਰਮ ਜੀ, ਸਭ ਤੋਂ ਪਹਿਲਾ ਸਵਾਲ ਇਹੀ ਆਉਂਦਾ ਕਿ ਆਪਾਂ ਜਦੋਂ ਉਹ ਚੀਜ਼ ਦੇਖਿਆ, ਇੱਕ ਬੂਥ ਦੇਖਿਆ, ਉਹ ਬੂਥ ਆਪਣੇ ਆਪ 'ਚ ਇੱਕ ਇੰਪਲੋਇਮੈਂਟ ਦਾ ਸੋਰਸ ਨਜ਼ਰ ਆਉਂਦਾ। ਸੋ ਕਿਸ ਤਰੀਕੇ ਦੇ ਨਾਲ ਤੁਸੀਂ ਖਾਸ ਕਰਕੇ ਜਿਹੜਾ ਹੈ ਨੌਜਵਾਨਾਂ ਦੀ ਮਦਦ ਕਰ ਰਹੇ ਹੋ ਕਿ ਉਹ ਉਸ ਇੰਪਲੋਇਮੈਂਟ ਦੇ ਵਿੱਚ ਆਉਣ ਤੇ ਨੌਕਰੀ ਦੀ ਥਾਂ ਆਪ ਦਾ ਬਿਜ਼ਨਸ ਖੋਲ੍ਹਣ? ਬੇਸਿਕਲੀ ਇਹ ਜਿਹੜਾ ਕਨਸੈਪਟ ਹੈ ਇਹ ਪਿਛਲੇ ਸਾਲ ਸ਼ੁਰੂ ਹੋਇਆ ਹੈ।
ਇਹ ਕਨਸੈਪਟ ਨੂੰ ਬੇਸਿਕਲੀ ਗਵਰਨਮੈਂਟ ਨੇ ਜਿਹੜਾ PUC ਦਾ ਬਿਜ਼ਨਸ ਹੈ ਇਹ ਪਹਿਲਾਂ ਆਫਲਾਈਨ ਹੁੰਦਾ ਸੀਗਾ ਤੇ ਹੁਣ ਇਹਨੂੰ ਆਨਲਾਈਨ ਕਰ ਦਿੱਤਾ ਹੈ। ਜਦੋਂ ਦਾ ਇਹ ਬਿਜ਼ਨਸ ਆਨਲਾਈਨ ਹੋਇਆ ਹੈ ਤੁਸੀਂ ਦੇਖਿਆ ਹੋਣਾ ਤੁਹਾਨੂੰ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਹੈ ਕਿ ਆਪਣਾ PUC ਟਾਈਮ ਤੇ ਕਰਾਓ। ਇਹ ਇੱਕ ਬਿਜ਼ਨਸ ਓਪਰਚੁਨਿਟੀ ਦੀ ਤਰ੍ਹਾਂ ਅਸੀਂ ਦੇਖਿਆ। ਸ਼ੁਰੂਆਤ ਦੇ ਵਿੱਚ ਅਸੀਂ ਆਪਣੇ 20 ਦੇ ਕਰੀਬ ਸੈਂਟਰ ਲਗਾਏ ਪੰਜਾਬ ਦੇ ਵਿੱਚ। ਜਦੋਂ ਉਹਨਾਂ ਦੇ ਸੈਂਟਰ ਦਾ ਰਿਜ਼ਲਟ ਅੱਛਾ ਆਉਣਾ ਸ਼ੁਰੂ ਹੋਇਆ ਤੇ ਆਪਾਂ ਇਹਨੂੰ ਇੱਕ ਸੈਲਫ ਐਮਪਲੋਇਮੈਂਟ ਦਾ ਵੈਂਚਰ ਬਣਾ ਕੇ ਬੱਚਿਆਂ ਵਾਸਤੇ ਅੱਗੇ ਲੈ ਕੇ ਆਏ ਹਾਂ। ਹੁਣ ਇਹਦੇ ਵਿੱਚ ਬੇਸਿਕਲੀ ਬੱਚਿਆਂ ਨੂੰ ਆਪਾਂ ਕਈ ਤਰ੍ਹਾਂ ਦੇ ਬੈਨੀਫਿਟ ਦੇ ਰਹੇ ਹਾਂ ਪਲੱਸ ਇਹ ਜਿਹੜੀ ਸਕੀਮ ਹੈ ਇਹ ਵੀ ਬੜੀ ਅਟਰੈਕਟਿਵ ਹੈ। ਕੋਈ ਵੀ ਬੱਚਾ ਜਿਹੜਾ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਹੈ ਉਹਦੇ ਵਾਸਤੇ ਬੜਾ ਸਿੰਪਲ ਹੈ। ਸਾਨੂੰ ਕੰਟੈਕਟ ਕਰਨਾ ਹੈ। ਅਸੀਂ ਉਸ ਬੱਚੇ ਨੂੰ ਲੋਕੇਸ਼ਨ ਪ੍ਰੋਵਾਈਡ ਕਰਦੇ ਹਾਂ। ਲੋਕੇਸ਼ਨ ਪ੍ਰੋਵਾਈਡ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਆਫਰ ਕਰਦੇ ਹਾਂ 50-50 ਪਾਰਟਨਰਸ਼ਿਪ ਮਾਡਲ। ਓਕੇ, ਮਤਲਬ ਤੁਸੀਂ ਲੋਕੇਸ਼ਨ ਤੁਸੀਂ ਆਪ ਹੀ ਦਿੰਦੇ ਹੋ ਉਹਨਾਂ ਨੂੰ? ਹਾਂ, ਲੋਕੇਸ਼ਨ ਅਸੀਂ ਆਪਣੀ ਵੀ ਦੇ ਦਿੱਤੀ। ਜੇ ਕਿਸੇ ਬੱਚੇ ਦੇ ਕੋਲ ਉਹਦੇ ਕੋਲ ਆਪਣੀ ਵੀ ਲੋਕੇਸ਼ਨ ਹੈ ਤੇ ਉਸ ਲੋਕੇਸ਼ਨ ਨੂੰ ਵੀ ਆਪਾਂ ਰੈਕੀ ਕਰਕੇ ਉਹਦੀ ਕਿ ਬਿਜ਼ਨਸ ਵਾਇਬਿਲਿਟੀ ਚੈੱਕ ਕਰਕੇ ਅਸੀਂ ਉਹਦੀ ਲੋਕੇਸ਼ਨ ਤੇ ਵੀ ਇਹ ਸੈਂਟਰ ਖੋਲ੍ਹ ਸਕਦੇ ਹਾਂ। ਬੱਚਿਆਂ ਨੂੰ ਜਿਹੜਾ ਅਸੀਂ 50-50 ਮਾਡਲ ਦਿੱਤਾ ਹੈ ਆਫਰ ਕਰ ਰਹੇ ਹਾਂ ਉਹਦੇ ਵਿੱਚ ਬੇਸਿਕਲੀ ਕਿਸੇ ਵੀ PUC ਸੈਂਟਰ ਨੂੰ ਖੋਲ੍ਹਣ ਵਾਸਤੇ 5 ਲੱਖ ਰੁਪਏ ਦੇ ਕਰੀਬ ਦੀ ਇਨਵੈਸਟਮੈਂਟ ਹੈ ਤੇ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਵੀ ਤੁਸੀਂ 2.5 ਲੱਖ ਤੁਸੀਂ ਲਗਾਓ ਤੇ 2.5 ਲੱਖ ਕੰਪਨੀ ਲਗਾਏਗੀ ਤੁਹਾਡੇ ਬਿਹਾਫ ਤੇ 50-50 ਪਾਰਟਨਰਸ਼ਿਪ ਦੇ ਵਿੱਚ ਅਸੀਂ ਇਹ ਸੈਂਟਰ ਚਲਾਵਾਂਗੇ। ਹੁਣ 50-50 ਪਾਰਟਨਰਸ਼ਿਪ ਦਾ ਮਤਲਬ ਇਹ ਹੈ ਕਿ ਜੇ ਮਹੀਨੇ ਦੀ ਸਾਡੀ 50,000 ਰੁਪਏ ਦੀ ਸੇਲ ਹੁੰਦੀ ਹੈ ਉਸ ਸੈਂਟਰ ਤੋਂ ਤੇ 10,000 ਰੁਪਏ ਦੇ ਫੋਰ ਐਗਜ਼ਾਮਪਲ ਖਰਚੇ ਹੈਗੇ ਤੇ ਨੈਟ ਪ੍ਰੋਫਿਟ ਜਿਹੜਾ ਮਹੀਨੇ ਦਾ ਨਿਕਲਿਆ ਉਹ ਨਿਕਲਿਆ 40,000 ਰੁਪਏ। 50-50 ਦੇ ਹਿਸਾਬ ਦੇ ਨਾਲ 40,000 ਦਾ ਮਤਲਬ ਹੈ 20,000 ਬੱਚੇ ਦਾ ਤੇ 20,000 ਕੰਪਨੀ ਦਾ। ਇਹਦੇ ਵਿੱਚ ਬੱਚੇ ਨੂੰ ਅਸੀਂ ਇਹ ਬੈਨੀਫਿਟ ਦੇ ਰਹੇ ਹਾਂ ਕਿ ਉਹ 40,000 ਦਾ 40,000 ਆਪਣੇ ਕੋਲ ਰੱਖੇਗਾ ਜਦ ਤੱਕ ਉਹਦਾ 2.5 ਲੱਖ ਰੁਪਇਆ ਰਿਕਵਰ ਨਹੀਂ ਹੋ ਜਾਂਦਾ। ਜਿਸ ਦਿਨ ਤੱਕ ਉਹ ਬ੍ਰੇਕ ਈਵਨ ਪੁਆਇੰਟ ਤੇ ਨਹੀਂ ਆ ਜਾਂਦਾ ਤਦ ਤੱਕ ਕੰਪਨੀ ਉਸ ਤੋਂ ਕੋਈ ਪੈਸਾ ਨਹੀਂ ਲਏਗੀ। ਮਤਲਬ ਜਿਹੜਾ 2.5 ਲੱਖ ਰੁਪਇਆ 50-50 ਤੁਸੀਂ ਜਿਹੜਾ 50% ਤੁਸੀਂ ਦੇ ਰਹੇ ਹੋ ਉਹ ਬੇਸਿਕਲੀ ਜਿਹੜਾ ਹੈ ਮਤਲਬ ਉਦੋਂ ਤੱਕ ਨਹੀਂ ਛੇੜਿਆ ਜਾਊਗਾ ਜਦ ਤੱਕ ਉਹ ਜਿਹੜਾ 2.5 ਲੱਖ ਰੁਪਇਆ ਉਹ ਬੱਚੇ ਦਾ ਪੂਰਾ ਨਹੀਂ ਹੋ ਜਾਂਦਾ ਜਿਹੜਾ ਉਹਨੇ ਇਨਵੈਸਟ ਕੀਤਾ। ਕਰੈਕਟ, ਬਿਲਕੁਲ ਠੀਕ। ਤੇ ਇੱਕ ਵਾਰ ਜਦੋਂ ਉਹ 2.5 ਲੱਖ ਪੂਰਾ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਸ਼ੇਅਰਿੰਗ ਸ਼ੁਰੂ ਹੁੰਦੀ ਹੈ ਉਹ ਸਿਰਫ PUC ਤੋਂ ਆਉਣ ਵਾਲੀ ਆਮਦਨ ਤੇ ਹੀ ਸ਼ੁਰੂ ਹੁੰਦੀ ਹੈ। ਸਾਡੇ ਸੈਂਟਰ ਦੇ ਵਿੱਚ PUC ਤੋਂ ਇਲਾਵਾ ਫਾਸਟੈਗ, ਵਹੀਕਲ ਇੰਸ਼ੋਰੈਂਸ, ਰੋਡ ਸਾਈਡ ਅਸਿਸਟੈਂਸ, ਵਹੀਕਲ ਕਲੀਨਿੰਗ ਕਿਟਸ ਤੇ ਹੋਰ ਕਈ ਤਰ੍ਹਾਂ ਦੀਆਂ ਸਰਵਿਸਿਜ਼, ਡਰਾਈਵਰ ਔਨ ਕਾਲ, ਸਾਰਥੀ ਕਰਕੇ ਸਾਡੇ ਪਲੇਟਫਾਰਮ ਹੈ ਉਹ ਆਪਾਂ ਉੱਥੋਂ ਦੀ ਪ੍ਰੋਵਾਈਡ ਕਰਦੇ ਹਾਂ ਆਪਣੇ ਕਸਟਮਰਸ ਨੂੰ। ਤੇ ਜਿਹੜਾ 50-50 ਉਹ ਸਿਰਫ PUC ਸਰਟੀਫਿਕੇਟਸ ਜਿਹੜੇ ਕੱਢੇਗਾ ਬੱਚਾ ਉਹਦੇ ਉੱਤੇ ਹੀ ਹੋਏਗਾ। ਬਾਕੀ ਦਾ ਜਿਹੜਾ ਵੀ ਰੈਵਨਿਊ ਹੈ 100% ਰੈਵਨਿਊ ਜਿਹੜਾ ਉਸ ਬੱਚੇ ਦਾ ਹੀ ਹੈ। ਠੀਕ ਹੈ। ਸੋ ਇਹਦੇ ਵਿੱਚ ਫਿਰ ਇੱਕ ਸਵਾਲ ਜ਼ਰੂਰ ਇਹ ਸਾਹਮਣੇ ਆਉਂਦਾ ਕਿਉਂਕਿ ਜਿੱਦਾਂ ਤੁਸੀਂ 2.5 ਲੱਖ ਦੀ ਗੱਲ ਕੀਤੀ ਇੱਕ ਬੱਚੇ ਨੂੰ 2.5 ਲੱਖ ਰੁਪਏ ਇਨਵੈਸਟ ਕਰਨਾ ਪਏਗਾ। ਕਈ ਵਾਰੀ ਬਹੁਤ ਸਾਰੇ ਬੱਚੇ ਅਜਿਹੇ ਵੀ ਹੋਣਗੇ ਜਿਨ੍ਹਾਂ ਕੋਲ ਸ਼ਾਇਦ ਇੰਨੀ ਵੱਡੀ ਰਕਮ ਨਹੀਂ ਹੋਏਗੀ। ਬਹੁਤ ਸਾਰੇ ਬੱਚੇ ਅਜਿਹੇ ਵੀ ਹੋਣਗੇ ਜਿਹੜੇ ਵਨ ਸ਼ਾਟ 2.5 ਲੱਖ ਰੁਪਇਆ ਨਹੀਂ ਦੇ ਸਕਦੇ। ਸੋ ਉਹਨਾਂ ਲਈ ਤੁਹਾਡੀ ਕੰਪਨੀ ਕੀ ਬੈਨੀਫਿਟ ਲੈ ਕੇ ਆ ਰਹੀ ਕਿਉਂਕਿ ਇੰਪਲੋਇਮੈਂਟ ਅੱਜ ਦੀ ਡੇਟ 'ਚ ਹਰ ਉਹ ਬੱਚਾ ਚਾਹੁੰਦਾ ਜਿਹੜਾ ਪੜ੍ਹ ਲਿਖ ਕੇ ਕਾਲਜ ਤੋਂ ਬਾਹਰ ਆ ਰਿਹਾ ਜਾਂ ਫਿਰ ਸਕੂਲ ਤੋਂ 12ਵੀਂ ਤੋਂ ਬਾਅਦ ਵੀ ਬਾਹਰ ਆ ਰਿਹਾ। ਬਿਲਕੁਲ ਠੀਕ ਕਿਹਾ ਹੈ ਤੁਸੀਂ। ਇਹਦੇ ਵਿੱਚ ਅਸੀਂ ਬੱਚਿਆਂ ਨੂੰ ਅਸੀਂ ਐਸੇ ਬੱਚਿਆਂ ਦੀ ਤਲਾਸ਼ ਕਰ ਰਹੇ ਹਾਂ ਜਿਹੜੇ ਵਾਕਈ ਦੇ ਵਿੱਚ ਆਪਣੇ ਲਾਈਫ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੈ। ਹੁਣ ਜਿਹੜਾ ਬੱਚਾ ਜਿੱਦਾਂ ਤੁਸੀਂ ਕਿਹਾ ਕਿ ਕਈ ਬੱਚਾ ਹੈ ਜਿਹਦੇ ਕੋਲ 2.5 ਲੱਖ ਰੁਪਏ ਇਨਵੈਸਟ ਕਰਨ ਲਈ ਨਹੀਂ ਹੈ ਉਹਨੂੰ ਉਸ 2.5 ਲੱਖ ਦੇ ਅਗੇਂਸਟ ਵੀ 90% ਤੱਕ ਦਾ ਲੋਨ ਅਸੀਂ ਲੈ ਕੇ ਦਿੰਦੇ ਹਾਂ। ਉਹ ਕੋਈ ਪ੍ਰਾਈਵੇਟ ਬੈਂਕ ਤੋਂ ਹੁੰਦਾ ਕਿ ਉਹ ਵੀ ਤੁਸੀਂ ਵੀ ਪ੍ਰੋਵਾਈਡ ਕਰਦੇ ਹੋ? ਬੇਸਿਕਲੀ ਇਹ ਜਿਹੜਾ ਲੋਨ ਹੈ ਇਹ ਪ੍ਰਾਈਮ ਮਿਨਿਸਟਰ ਐਮਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਦੇ ਥਰੂ ਹੁੰਦਾ ਹੈ ਜਿਹਦੇ ਉੱਤੇ ਉਹਨਾਂ ਨੂੰ ਕਾਫੀ ਰਿਬੇਟਸ ਵੀ ਮਿਲਦੀਆਂ। ਅਸੀਂ ਉਸ ਬੱਚੇ ਦਾ ਪੂਰਾ ਮਤਲਬ ਉਹਦੀ ਹੈਲਪ ਕਰਦੇ ਹਾਂ ਇਸ ਲੋਨ ਨੂੰ ਅਪਲਾਈ ਕਰਨ ਦੇ ਵਿੱਚ ਔਰ ਜਦੋਂ ਉਹਦਾ ਅਪਰੂਵ ਹੋ ਜਾਂਦਾ ਉਸ ਦੇ ਥਰੂ ਬੇਸਿਕਲੀ ਤੁਸੀਂ ਇਹ ਲਗਾਓ ਕਿ ਜੇ 2.5 ਲੱਖ ਰੁਪਏ ਦੇ ਵਿੱਚ 90% ਤੱਕ ਉਹਦਾ ਫਾਈਨੈਂਸ ਇਸ ਸਕੀਮ ਦੇ ਥਰੂ ਹੋ ਜਾਂਦਾ ਹੈ ਤੇ ਉਹਦੀ ਜਿਹੜੀ ਇਨਵੈਸਟਮੈਂਟ ਹੈ ਉਹ 20-25,000 ਰੁਪਏ ਰਹਿ ਜਾਂਦੀ ਹੈ। ਬਿਲਕੁਲ ਠੀਕ ਹੈ ਨਾ। ਤਾਂ ਕੋਈ ਵੀ ਬੱਚਾ ਜਿਹੜਾ ਵਿਲਿੰਗ ਹੈ ਉਹ 20-25,000 ਰੁਪਏ ਦੇ ਵਿੱਚ ਇੱਕ ਬਿਜ਼ਨਸ ਸ਼ੁਰੂ ਕਰ ਸਕਦਾ ਹੈ ਆਰਾਮ ਦੇ ਨਾਲ। ਸੋ ਮਤਲਬ ਬੇਸਿਕਲੀ ਇਹ ਹੋ ਗਿਆ ਕਿ ਘੱਟ ਦਰਾਂ ਦੇ ਉੱਤੇ ਉਹਨਾਂ ਨੂੰ ਲੋਨ ਵੀ ਮਿਲ ਗਿਆ ਤੇ ਉਹਨਾਂ ਦੀ ਮਦਦ ਵੀ ਹੋਊਗੀ ਤੇ ਛੋਟੀ ਅਮਾਉਂਟ ਦੇ ਨਾਲ ਉਹ ਪੂਰਾ ਬੂਥ ਸੰਭਾਲ ਸਕਦਾ। ਕਰੈਕਟ, ਬਿਲਕੁਲ। ਸੋ ਇਹਦੇ ਵਿੱਚ ਇੱਕ ਸਵਾਲ ਇਹ ਵੀ ਆਉਂਦਾ ਸਰ ਕਿਉਂਕਿ ਦੇਖੋ ਪੋਲਿਊਸ਼ਨ ਸੈਂਟਰਸ ਉੱਦਾਂ ਵੀ ਬਹੁਤ ਜ਼ਿਆਦਾ ਹੋਣਗੇ। ਚਲੋ ਜਿਹੜੀ ਬਾਕੀ ਫੈਸਿਲਿਟੀਆਂ ਨੇ ਉਹ ਤਾਂ ਜਦੋਂ ਸ਼ੁਰੂ ਹੋਏਗਾ ਉਸ ਤੋਂ ਬਾਅਦ ਸ਼ੁਰੂ ਹੋਣਗੀਆਂ ਪਰ ਜਿਹੜਾ ਪੋਲਿਊਸ਼ਨ ਸੈਂਟਰ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਖੁੱਲਿਆ ਹੋਇਆ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਮੰਨਿਆ ਆਪਾਂ ਪੰਜਾਬ 'ਚ ਗੱਡੀਆਂ ਬਹੁਤ ਜ਼ਿਆਦਾ ਨੇ ਬਟ ਕਿਤੇ ਨਾ ਕਿਤੇ ਇਹ ਇੱਕ ਕਾਮਨ ਜਿਹੀ ਚੀਜ਼ ਬਣ ਜਾਏਗੀ, ਇੱਕ ਚੈਲੰਜ, ਇੱਕ ਕੰਪੀਟੀਸ਼ਨ ਬਣ ਜਾਏਗਾ ਕਿਉਂਕਿ ਬੰਦਾ ਉਹੀ ਉਸ ਥਾਂ 'ਤੇ ਜਾਏਗਾ ਜਿੱਥੇ ਅਵੇਲੇਬਿਲਿਟੀ ਹੋਏਗੀ। ਬਿਲਕੁਲ ਜੀ। ਵੈਸੇ ਤਾਂ ਕੰਪੀਟੀਸ਼ਨ ਇਜ਼ ਆਲਵੇਜ਼ ਗੁੱਡ ਫॉर ਬਿਜ਼ਨਸ। ਇਹਦੇ ਵਿੱਚ ਵੀਰ ਜੀ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਰੀਬਨ 1.25 ਕਰੋੜ ਦੇ ਕਰੀਬ ਵਹੀਕਲਸ ਹੈਗੇ ਔਨ ਰੋਡ ਔਰ 5 ਲੱਖ ਦੇ ਕਰੀਬ ਵਹੀਕਲ ਹਰ ਸਾਲ ਐਡ ਹੁੰਦੇ ਆ
ਔਰ ਜੇ ਮੈਂ ਇਹਨਾਂ ਵਹੀਕਲਸ ਦਾ ਹੀ ਸਾਲ ਦੇ ਪੋਲੂਸ਼ਨ ਸਰਟੀਫਿਕੇਟ ਦਾ ਕਾਊਂਟ ਲਾਵਾਂ ਤੇ 2.5 ਕਰੋੜ ਦੇ ਕਰੀਬ ਪੋਲੂਸ਼ਨ ਸਰਟੀਫਿਕੇਟ ਹਰ ਸਾਲ ਨਿਕਲਣੇ ਤੇ ਇਸ ਜੇ ਸਰਟੀਫਿਕੇਟ ਮੈਂ ਹਰ ਗੱਡੀ ਦਾ ਪੋਲੂਸ਼ਨ ਸਰਟੀਫਿਕੇਟ ਕੱਢਾਂ ਤੇ ਮੈਨੂੰ ਐਵਰੇਜ 2000 ਪਲੱਸ ਪੀਯੂਸੀ ਸੈਂਟਰ ਹੋਣੇ ਚਾਹੀਦੇ, ਜਦਕਿ ਅੱਜ ਦੀ ਡੇਟ ਦੇ ਵਿੱਚ ਕਰੀਬਨ 650-700 ਦੇ ਕਰੀਬ ਹੀ ਪੰਜਾਬ ਦੇ ਵਿੱਚ ਪੋਲੂਸ਼ਨ ਸੈਂਟਰ ਹੈ ਤੇ ਬਿਜ਼ਨਸ ਓਪਰਚੁਨਿਟੀ ਬਹੁਤ ਹਿਊਜ ਹੈ। ਹੁਣ ਇਹਨੂੰ ਸਹੀ ਤਰ੍ਹਾਂ ਦੇ ਨਾਲ ਸਹੀ ਲੋਕੇਸ਼ਨ ਨੂੰ ਦੇਖ ਕੇ ਆਇਡੈਂਟੀਫਾਈ ਕਰਕੇ ਬੱਚੇ ਨੂੰ ਉਸ ਜਗ੍ਹਾ ਤੇ ਬਿਠਾ ਕੇ ਉਹਦਾ ਬਿਜ਼ਨਸ ਸ਼ੁਰੂ ਕਰਾਇਆ ਜਾਏ ਤੇ ਬਿਜ਼ਨਸ ਦੀ ਵਾਇਬਿਲਿਟੀ ਨਿਕਲੇਗੀ। ਸੈਕੰਡਲੀ ਕੰਪੀਟੀਸ਼ਨ ਹਰ ਕੰਮ ਦੇ ਵਿੱਚ ਹੁੰਦਾ ਹੈ। ਅਸੀਂ ਸਾਡੇ ਵੀ ਕੰਮ ਦੇ ਵਿੱਚ ਕੰਪੀਟੀਸ਼ਨ ਹੋਏਗਾ, ਸਾਡਾ ਸੈਂਟਰ ਵੀ ਹੋਏਗਾ, ਹੋਰ ਵੀ ਬੱਚਿਆਂ ਨੇ ਇੰਡੀਵਿਜੂਅਲ ਸੈਂਟਰ ਲਗਾਏ ਹੋਏ ਹੈ। ਸਾਡੇ ਸੈਂਟਰ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਐਸੀਆਂ ਸਕੀਮਾਂ ਹੈ, ਮਾਰਕੀਟਿੰਗ ਸਕੀਮਸ ਹੈ ਜਿਹੜੀਆਂ ਆਪਾਂ ਚਲਾਉਂਦੇ ਰਹਿੰਦੇ ਹਾਂ ਟਾਈਮ ਟੂ ਟਾਈਮ। ਸਪੋਜ਼ ਕਰੋ ਕਿਸੇ ਇੱਕ ਨਾਰਮਲ ਸੈਂਟਰ ਦੇ ਉੱਤੇ ਜਦੋਂ ਕੋਈ ਕਸਟਮਰ ਜਾਂਦਾ ਹੈ ਉੱਥੇ ਆਪਣਾ ਪੀਯੂਸੀ ਸਰਟੀਫਿਕੇਟ ਕਰਾਉਂਦਾ ਹੈ ਔਰ ਸਰਟੀਫਿਕੇਟ ਲੈਂਦਾ ਹੈ ਔਰ ਆ ਜਾਂਦਾ ਹੈ। ਸਾਡੇ ਸੈਂਟਰ ਤੇ ਆਪਾਂ ਕਈ ਤਰ੍ਹਾਂ ਦੇ ਉਹਨੂੰ ਆਫਰ ਦਿੰਦੇ ਹਾਂ। ਅਸੀਂ 5 ਲੱਖ ਰੁਪਏ ਤੱਕ ਦਾ ਫ੍ਰੀ ਕਸਟਮਰ ਨੂੰ ਬੀਮਾ ਦਿੰਦੇ ਹਾਂ, ਅਸੀਂ 500-700 ਰੁਪਏ ਦੇ ਕੈਸ਼ਬੈਕ ਵਾਊਚਰ ਦਿੰਦੇ ਹਾਂ ਔਰ ਟਾਈਮ ਟੂ ਟਾਈਮ ਕਦੀ ਕੋਈ ਆਈਫੋਨ ਦੀ ਸਕੀਮ, ਕਦੀ ਕੋਈ ਲੈਪਟਾਪ ਦੀ ਸਕੀਮ, ਕਦੀ ਕੋਈ ਟੀਵੀ ਦੀ ਸਕੀਮ, ਇਹ ਟਾਈਮ ਟੂ ਟਾਈਮ ਸਾਡੀਆਂ ਆਉਂਦੀਆਂ ਰਹਿੰਦੀਆਂ ਜਿਹੜੀ ਸਾਨੂੰ ਕਿ ਡਿਫਰੈਂਸ਼ੀਏਟ ਕਰਦੀਆਂ ਫਰੋਮ ਦੀ ਅਦਰ ਸੈਕਟਰਸ। ਠੀਕ ਹੈ। ਸੋ ਇਹਦੇ ਵਿੱਚ ਇੱਕ ਸਵਾਲ ਜ਼ਰੂਰ ਇਹ ਖੜਾ ਹੁੰਦਾ ਕਿਉਂਕਿ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਸਰਕਾਰ ਦਾ ਇਹ 'ਚ ਆਨਲਾਈਨ ਸਿਸਟਮ ਚੱਲਦਾ, ਸੋ ਕਿਤੇ ਨਾ ਕਿਤੇ ਕੁਝ ਪੈਸਾ ਫਿਰ ਸਰਕਾਰ ਨੂੰ ਵੀ ਜਾਂਦਾ ਹੋਏਗਾ। ਜ਼ਰੂਰੀ ਨਹੀਂ ਕਿ ਸਾਰਾ ਪੈਸਾ ਸਿਰਫ ਤੁਹਾਡੇ ਆ ਉਸ ਬੱਚੇ ਦੇ ਵਿੱਚ ਹੀ ਡਿਵਾਈਡ ਹੋਵੇ, ਜੋ ਵੀ ਤੁਹਾਡੀ ਪਾਰਟਨਰਸ਼ਿਪ ਹੈ ਕਿ ਸਰਕਾਰ ਨੂੰ ਵੀ ਇਹਦੇ ਵਿੱਚੋਂ ਕੋਈ ਬੈਨੀਫਿਟ ਜਾਂਦਾ, ਸਰਕਾਰ ਦੀ ਕੋਈ ਫੀਸ ਹੈ ਜਿਹਦੇ ਵਿੱਚ ਉਹ ਬੱਚਾ ਜੇ ਪੇ ਕਰਕੇ ਇਸ ਬਿਜ਼ਨਸ ਸ਼ੁਰੂ ਕਰਦਾ। ਜਦੋਂ ਅਸੀਂ ਇਹ ਬਿਜ਼ਨਸ ਸ਼ੁਰੂ ਕਰਦੇ ਹਾਂ, ਜਿਹੜਾ ਅਸੀਂ ਤੁਹਾਨੂੰ ਦੱਸਿਆ 2.5 ਲੱਖ ਰੁਪਏ ਦੀ ਇਨੀਸ਼ੀਅਲ ਇਨਵੈਸਟਮੈਂਟ ਹੈ, ਉਹਦੇ ਵਿੱਚ ਲਾਇਸੈਂਸ ਫੀ ਜਿਹੜੀ ਗਵਰਨਮੈਂਟ ਦੀ ਇੱਕ ਵਾਰ ਦੀ 20,000 ਹੈ ਉਹ ਆਲਰੇਡੀ ਇਨਕਲੂਡਡ ਹੈ। ਸੈਕੰਡਲੀ ਜਿਹੜਾ ਪੀਯੂਸੀ ਸਰਟੀਫਿਕੇਟ ਦਾ ਅਮਾਊਂਟ ਅਸੀਂ ਕਸਟਮਰ ਤੋਂ ਲੈਂਦੇ ਹਾਂ, ਉਹ ਸਰਟੀਫਿਕੇਟ ਦੇ ਅਮਾਊਂਟ ਦਾ ਕੋਈ ਵੀ ਪੈਸਾ ਅਸੀਂ ਗਵਰਨਮੈਂਟ ਨੂੰ ਨਹੀਂ ਦੇਈਦਾ। ਸਾਲ ਬਾਅਦ ਅਸੀਂ ਆਪਣੇ ਲਾਇਸੈਂਸ ਨੂੰ ਰੀਨਿਊ ਕਰਾਈਦਾ, ਜਿਹਦੇ ਚਾਰजेस ਅਪਰੋਕਸੀਮੇਟਲੀ 2000 ਰੁਪਏ ਹੈ, ਉਹ ਵੀ ਕੰਪਨੀ ਭਰਦੀ ਹੈ, ਬੱਚਾ ਆਪਣੇ ਸ਼ੇਅਰ ਦੇ ਵਿੱਚ ਉਹਦੀ ਬੱਚੇ ਨੂੰ ਉਹਦਾ ਲੋਡ ਨਹੀਂ, ਜ਼ਿਆਦਾ ਬਰਡਨ ਨਹੀਂ ਆਉਂਦਾ, ਸਿਰਫ ਲਾਇਸੈਂਸ ਰਿਨਿਊਅਲ ਹੈ ਤੇ ਜੋ ਵੀ ਉਹਦਾ ਹੋਏਗਾ ਉਹ ਜੋ ਵੀ ਇਨਕਮ ਹੋਏਗੀ ਉਹ ਬੱਚੇ ਦੇ ਜੇਬ 'ਚ ਹੀ ਜਾਏਗੀ। ਬਿਲਕੁਲ ਜੀ। ਔਰ ਇਸ ਦੇ ਵਿੱਚ ਇੱਕ ਹੋਰ ਚੀਜ਼ ਹੈਗੀ ਹੈ, ਇਹ ਜਿਹੜੀਆਂ ਆਪਾਂ ਜੋ ਵੀ ਇਕਵਿਪਮੈਂਟ ਉੱਥੇ ਲਗਾ ਰਹੇ ਹਾਂ, ਇਹ ਸਾਡਾ ਬੱਚੇ ਦੇ ਨਾਲ 5 ਸਾਲ ਦਾ ਐਗਰੀਮੈਂਟ ਹੁੰਦਾ ਹੈ ਔਰ 5 ਸਾਲ ਤੱਕ ਦਾ ਇਹ ਜਿਹੜਾ ਐਗਰੀਮੈਂਟ ਹੈ ਉਹ 5 ਸਾਲ ਤੱਕ ਇੱਥੇ ਜੋ ਮਸ਼ੀਨਰੀ ਲੱਗੀ ਹੈ, ਜੋ ਇਕਵਿਪਮੈਂਟ ਲਗਾ, ਉਹਦੀ ਜਿਹੜੀ ਮੇਨਟੇਨੈਂਸ ਹੈ ਉਹਦੇ ਵਿੱਚ ਆਲਰੇਡੀ ਇਨਕਲੂਡਡ ਹੈ। ਸੋ ਉਹਨੂੰ ਕੰਪਨੀ ਹੀ ਤੁਹਾਡੀ ਦੇ ਰਹੀ ਹੈ। ਕਰੈਕਟ। ਸੈਕੰਡਲੀ ਇਹਦੇ ਵਿੱਚ ਜਿਹੜੇ 3 ਕੀ ਬੈਨੀਫਿਟ 3-4 ਹੈਗੇ ਆ, ਉਹ ਇਹ ਹੈ, ਸਭ ਤੋਂ ਪਹਿਲਾਂ ਤਾਂ 50% ਇਨਵੈਸਟਮੈਂਟ 'ਤੇ ਕੰਮ ਹੋ ਰਿਹਾ। ਦੂਸਰਾ, ਉਹਨੇ ਕਸਟਮਰ ਨੇ ਜਿਹੜਾ ਬੈਨੀਫੀਸ਼ੀਅਰੀ ਬੱਚਾ ਹੈ, ਉਸ ਬੱਚੇ ਨੇ ਕੰਪਨੀ ਨੂੰ ਉਹਦੇ ਪੈਸੇ ਦੇਣੇ ਸ਼ੁਰੂ ਕਰਨੇ ਜਦੋਂ ਉਹਦੇ ਆਪਣੇ ਪੂਰੇ ਹੋ ਗਏ। ਤੀਸਰਾ ਬੈਨੀਫਿਟ ਇਹਦੇ ਵਿੱਚ ਇਹ ਹੈਗਾ ਕਿ ਜਿਹੜਾ ਇਹਦਾ ਲਾਇਸੈਂਸ ਬਣਦਾ ਹੈ ਉਹ ਬੱਚੇ ਦੇ ਨਾਮ ਤੇ ਹੀ ਬਣਦਾ ਹੈ। 5 ਸਾਲ ਦੇ ਬਾਅਦ ਜਦੋਂ ਬੱਚਾ ਸੋਚਦਾ ਕਿ ਹੁਣ ਮੈਨੂੰ ਕੰਮ ਆ ਗਿਆ ਹੈ, ਮੈਂ ਸਿੱਖ ਲਿਆ ਹੈਗਾ ਔਰ ਮੈਂ ਆਪਣਾ ਕੰਪਨੀ ਦੀ ਲੋੜ ਨਹੀਂ ਹੈ ਮੈਨੂੰ, ਤੇ ਉਹ ਲਾਇਸੈਂਸ ਉਹਦੇ ਨਾਮ ਤੇ ਉਹ ਆਪਣਾ ਬਿਜ਼ਨਸ ਕੰਟੀਨਿਊ ਕਰ ਸਕਦਾ ਹੈ। ਕੰਪਨੀ ਵਿਲ ਬੀ ਆਊਟ ਆਫ ਦੀ ਸਿਸਟਮ। ਐਂਡ ਸੈਕੰਡ, ਅਗਰ ਉਹ ਚਾਹੁੰਦਾ ਹੈ ਕਿ ਨਹੀਂ ਮੈਨੂੰ ਕੰਪਨੀ ਦੇ ਨਾਲ ਜੁੜ ਕੇ ਹੀ ਜ਼ਿਆਦਾ ਬੈਨੀਫਿਟ ਹੈ ਔਰ ਮੈਂ ਇਹਨਾਂ ਦੇ ਨਾਲ ਜੁੜ ਕੇ ਹੀ ਕੰਮ ਕਰਨਾ ਹੈ, ਤੇ ਅਸੀਂ ਉਸ ਤਰ੍ਹਾਂ ਵੀ ਕਰ ਸਕਦੇ ਹਾਂ। ਅਗਲਾ 5 ਸਾਲ ਦਾ ਐਕਸਟੈਂਡਡ ਐਗਰੀਮੈਂਟ ਅਸੀਂ ਬਣਾ ਲੈਂਦੇ ਬੱਚੇ ਦੇ ਨਾਲ। ਸੋ ਆਲ ਇਨ ਆਲ ਆਪਾਂ ਇਹ ਕਹਿ ਸਕਦੇ ਹਾਂ ਕਿ ਤੁਹਾਡੇ ਵੱਲੋਂ ਜਿਹੜੀ ਓਪਰਚੁਨਿਟੀ ਹੈ ਉਹਦੇ ਵਿੱਚ ਤੁਸੀਂ ਹੈਲਪ ਵੀ ਕਰਦੇ ਹੋ, ਲੋਨ ਵੀ ਕਰਾ ਦਿੰਦੇ ਹੋ, ਉਹ ਵੀ ਸਰਕਾਰੀ ਲੋਨ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਵੀ ਹੋ ਜਾਂਦਾ ਹੈ। ਸੋ ਘੱਟ ਦਰਾਂ ਦੇ ਵਿੱਚ ਇੱਕ ਵਧੀਆ ਬਿਜ਼ਨਸ ਇੱਕ ਬੱਚਾ ਸ਼ੁਰੂ ਕਰ ਸਕਦਾ ਹੈ। ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ। ਬਹੁਤ ਬਹੁਤ ਧੰਨਵਾਦ ਵਿਕਰਮ ਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਉਮੀਦ ਹੈ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਜ਼ਰੂਰ ਪਤਾ ਲੱਗਿਆ ਹੋਵੇਗਾ ਕਿਸ ਤਰੀਕੇ ਦੇ ਨਾਲ, ਖਾਸ ਕਰਕੇ ਜਿਹੜੇ ਨੌਜਵਾਨ ਅੱਜ ਦੀ ਡੇਟ 'ਚ ਨੌਕਰੀਆਂ ਦੀ ਭਾਲ ਦੇ ਵਿੱਚ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਮਾਰਗ, ਇੱਕ ਨਵਾਂ ਰਸਤਾ ਜ਼ਰੂਰ ਮਿਲਿਆ ਹੋਵੇਗਾ ਜਿਹਦੇ ਵਿੱਚ ਉਹ ਆਪ ਦਾ ਜਿਹੜਾ ਕਾਰੋਬਾਰ ਸ਼ੁਰੂ ਕਰ ਸਕਦਾ। ਬਿਲਕੁਲ ਜੀ, ਬਿਲਕੁਲ। ਥੈਂਕ ਯੂ ਵੈਰੀ ਮਚ। ਸੋ ਸਾਡੇ ਨਾਲ ਮਿਸਟਰ ਵਿਕਰਮ ਜੋ ਕਿ ਈ ਵਾਹਨ ਤੋਂ ਨੇ, ਜਿਹਦਾ ਆਪਾਂ ਦੇਖਿਆ ਇੱਕ ਵਧੀਆ ਬੂਥ ਬਣਿਆ ਹੋਇਆ ਜਿਸ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਬਹੁਤ ਵਧੀਆ ਬਿਜ਼ਨਸ ਓਪਰਚੁਨਿਟੀ ਬੱਚਿਆਂ ਨੂੰ ਮਿਲ ਜਾਂਦੀ ਹੈ, ਖਾਸ ਕਰਕੇ ਉਹਨਾਂ ਬੱਚਿਆਂ ਨੂੰ ਜੋ ਕਿ ਇਸ ਵਕਤ ਨੌਕਰੀ ਦੀ ਭਾਲ ਦੇ ਵਿੱਚ ਨੇ। ਇੱਕ ਵੱਡੀ ਗੱਲ ਇਹ ਵੀ ਜ਼ਰੂਰ ਸਾਹਮਣੇ ਆਉਂਦੀ ਹੈ ਕਿਉਂਕਿ ਇਹਦੇ ਵਿੱਚ ਜਦੋਂ ਇਨਵੈਸਟਮੈਂਟ ਦੀ ਗੱਲ ਆਵੇ ਤਾਂ ਇਹਨਾਂ ਨੇ ਕਹਿਣਾ ਕਿ 5 ਲੱਖ ਦੀ ਕੁੱਲ ਇਨਵੈਸਟਮੈਂਟ ਹੈ, ਜਿਹਦੇ ਵਿੱਚੋਂ 2.5 ਲੱਖ ਰੁਪਏ ਇਹਨਾਂ ਦੀ ਕੰਪਨੀ ਲਗਾਉਂਦੀ ਹੈ ਤੇ 2.5 ਲੱਖ ਰੁਪਇਆ ਇਹ ਲੋਨ ਕਰਾ ਕੇ ਦਿੰਦੇ ਨੇ। ਔਰ ਲੋਨ ਵੀ ਇੱਕ ਬਹੁਤ ਘੱਟ ਦਰਾਂ ਤੇ, ਕਿਉਂਕਿ ਸਰਕਾਰੀ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨਾਂ ਵੱਲੋਂ ਸਕੀਮ ਚਲਾਈ ਗਈ ਹੈ ਇਹਨਾਂ ਬੱਚਿਆਂ ਦੇ ਲਈ, ਉਹਨਾਂ ਦੇ ਵਿੱਚੋਂ ਲੋਨ ਕਰਨ 'ਚ ਇਹਨਾਂ ਮਦਦ ਕਰਦੇ ਨੇ। ਤੇ ਨਾਲ ਹੀ ਨਾਲ ਵੱਡੀ ਗੱਲ ਇਹ ਹੈ ਕਿ ਉਹਨੇ ਚਿੱਕਰ ਇੱਕ ਬੱਚੇ ਨੂੰ ਪੈਸਾ ਨਹੀਂ ਇਹਨਾਂ ਦੀ ਕੰਪਨੀ ਨੂੰ ਦੇਣਾ ਪੈਂਦਾ ਪਾਰਟਨਰਸ਼ਿਪ ਦਾ, ਜਦ ਤੱਕ ਉਸ ਬੱਚੇ ਦਾ ਜਿਹੜਾ ਲੋਨ ਦਾ ਅਮਾਊਂਟ ਹੈ ਉਹ ਕੰਪਲੀਟ ਨਹੀਂ ਹੋ ਜਾਂਦਾ। ਤੁਸੀਂ ਕਿਤੇ ਨਾ ਕਿਤੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਜਿਹੜਾ ਫਾਇਦਾ ਹੈ ਉਸ ਬੱਚੇ ਨੂੰ ਪੂਰਨ ਤੌਰ 'ਤੇ ਦਿੱਤਾ ਜਾਂਦਾ ਹੈ। ਅਤੇ ਜਦੋਂ ਬੱਚੇ ਦਾ ਆਪਣਾ ਬਿਜ਼ਨਸ ਬਣ ਜਾਵੇ ਤੇ 5 ਸਾਲ ਦਾ ਇਹਨਾਂ ਦਾ ਐਗਰੀਮੈਂਟ ਹੈ, ਜਿਹੜੀ ਮਸ਼ੀਨਰੀ ਅੰਦਰ ਲੱਗੀ ਹੈ ਉਸ ਦੀ ਵੀ ਮੇਨਟੇਨੈਂਸ ਇਹ ਖੁਦ ਕਰਦੇ ਨੇ। 5 ਸਾਲ ਤੋਂ ਬਾਅਦ ਐਗਰੀਮੈਂਟ ਐਕਸਟੈਂਡ ਵੀ ਹੋ ਜਾਂਦਾ ਤਾਂ ਕਿ ਜਿਹੜਾ ਇਹਨਾਂ ਦਾ ਜਿਹੜਾ ਬੱਚਾ ਨੇ ਕੰਮ ਸ਼ੁਰੂ ਕੀਤਾ ਉਹਨੂੰ ਕਿਤੇ ਵੀ ਮੋੜ 'ਤੇ ਆ ਕੇ ਤੰਗੀ ਨਾ ਆਵੇ, ਤੇ ਜੇ ਤੰਗੀ ਆਵੇ ਤੇ ਇਹਨਾਂ ਦੀ ਕੰਪਨੀ ਉਸ ਬੱਚੇ ਲਈ ਖੜੀ ਹੈ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਹਿਲ ਅਰੋੜਾ, ਸਕਾਈ ਨਿਊਜ਼ ਪੰਜਾਬ,
ਚੰਡੀਗੜ੍ਹ।